सत श्री अकाल बच्चों। अज आप संभावना चैप्टर है जो वो डिस्कस करांगे। प्रोबेबिलिटी कहते हैं इनू इंग्लिश दे विच। देखो तुसीं सारे थोड़ा बहुता ये मतलब संबंधित हो, अवेयर हो इस दे बारे च, क्योंकि क्रिकेट गेम बारे तुसीं सारे जानते हो। जदों उत्थे टॉस करते हैं तो उत्थे ਤੁਹਾਨੂੰ पता है कॉइन ਹੁੰਦਾ है, ਉਹਦੇ ਉੱਪਰ ਹੈਡ ਜਾਂ ਟੇਲ ਹੁੰਦਾ है। ਉਹ कॉइन ਨੂੰ टॉस किया जाता है, किस ने पहले बॉलिंग करनी है, किस ने पहले फील्डिंग करनी है, सॉरी बैटिंग करनी है, बॉलिंग ਜਾਂ बैटिंग है। तो ਉੱਥੇ ਫਿਰ ਕੀ ਹੁੰਦਾ है कि कॉइन ਦੇ ਨਾਲ टॉस करके ਉਹ ਦੇਖਦੇ ਆ ਵੀ ਕਿਹੜਾ मतलब टॉस कौन ਜਿੱਤਦਾ है। सो ਉਹ ਕੀ ਹੁੰਦੀ ਹੈ, ਇੱਕ ਤਰ੍ਹਾਂ ਦੀ ਉਹ ਸੰਭਾਵਨਾ ਹੈ। ਸਾਨੂੰ ਨਹੀਂ ਪਤਾ ਕਿ ਦੂਸਰੀ ਟੀਮ ਜਿੱਤੇਗੀ ਜਾਂ ਪਹਿਲੀ ਟੀਮ ਜਿਹੜੀ ਹੈ ਉਹ ਟੌਸ ਜਿੱਤੇਗੀ। ਉੱਥੇ ਅਸੀਂ ਕਹਿ ਸਕਦੇ ਹਾਂ ਕਿ ਦੋਵਾਂ ਦੇ ਮਤਲਬ ਇਕੁਅਲੀ ਚਾਂਸਸ ਹੈ ਕਿ ਉਹ ਵੀ ਜਿੱਤ ਸਕਦਾ ਹੈ ਟੌਸ, ਦੂਸਰਾ ਵੀ ਜਿੱਤ ਸਕਦਾ ਹੈ। ਹੋਰ ਵੀ ਮਤਲਬ ਇਸ ਦੀ ਵਰਤੋਂ ਜਿਹੜੀ ਹੈ ਹੋਰ ਵੀ ਕਈ ਹਾਕੀ ਜਾਂ ਫੁੱਟਬਾਲ ਦੇ ਵਿੱਚ ਸਾਈਡ ਲੈਣ ਵਾਸਤੇ ਜਿਹੜਾ ਹੁੰਦਾ ਉੱਥੇ ਵੀ ਟੌਸ ਕਰਦੇ ਹਾਂ। ਸੋ ਉੱਥੇ ਸੰਭਾਵਨਾ ਦਾ ਕਨਸੈਪਟ ਜਿਹੜਾ ਉਹ ਨਿਕਲ ਕੇ ਆਉਂਦਾ ਹੈ। ਮਤਲਬ ਸਾਨੂੰ ਜਸਟ ਅਸੀਂ ਇੱਕ मतलब एक गैस कर सकते हैं, 50-50 चांसिस कह सकते हैं भी ये चीज़ हो भी सकती है ਜਾਂ नहीं हो सकती, ਜਾਂ दूसरे के पक्ष में जा सकती है। सो गणित ਦੇ ਵਿੱਚ ਇਸ ਦੀ ਬੜੀ ਇੰਪੋਰਟੈਂਸ ਹੈ। ਸੰਭਾਵਨਾ ਨੂੰ ਮੈਥਮੈਟਿਕਲੀ ਅਸੀਂ ਕਿਸੇ ਫਾਰਮੂਲੇ ਨਾਲ ਦੱਸਣਾ ਹੋਵੇ ਤੇ ਇਸ ਦੇ ਵਿੱਚ ਕੀ ਹੁੰਦਾ ਹੈ, ਯਤਨਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ ਬਟਾ ਕੀ ਹੁੰਦਾ ਹੈ ਯਤਨਾਂ ਦੀ ਕੁੱਲ ਸੰਖਿਆ। ਯਤਨ ਮੀਨਸ ਮੰਨ ਲਓ ਅਸੀਂ ਉਹੀ ਕੋਇਨ ਹੀ ਟੌਸ ਕਰ ਰਹੇ ਹਾਂ ਤੇ ਸਾਡੇ ਕੋਲ ਅਸੀਂ ਉਹਨੂੰ 2 ਵਾਰੀ ਟੌਸ ਕਰ ਲਿਆ, ਜਾਂ ਅਸੀਂ ਉਹਨੂੰ 2 ਸਿੱਕੇ ਨੇ ਉਹਨੂੰ ਜ਼ਿਆਦਾ ਵਾਰੀ ਟੌਸ ਕਰਕੇ ਦੇਖ ਲਿਆ, ਤਾਂ ਉਹ ਸਾਡੇ ਕੀ ਨੇ, ਯਤਨ ਨੇ, ਕੋਸ਼ਿਸ਼ਾਂ ਨੇ। ਤੇ ਉਹਦੇ ਵਿੱਚੋਂ ਜਿਹੜਾ ਇਵੈਂਟ ਸਾਨੂੰ ਚਾਹੀਦਾ ਹੈ, ਜੇ ਅਸੀਂ ਚਿੱਤ ਵਾਸਤੇ ਹੈਡ ਵਾਸਤੇ ਕਰ ਰਹੇ ਹਾਂ ਤਾਂ ਉਹ ਮਤਲਬ ਕੀ ਹੋ ਗਿਆ, ਉਹ ਯਤਨਾਂ ਦੀ ਸੰਖਿਆ ਹੋ ਗਈ ਜਿਸ ਵਿੱਚ ਘਟਨਾ ਘਟੀ ਹੈ। ਤੇ ਕੁੱਲ ਦੇ ਵਿੱਚ ਕੀ ਆ ਜਾਏਗਾ, ਨਾਲ ਉਹ ਦੋਵੇਂ ਰਲਾ ਕੇ ਹੈਡ ਜਾਂ ਟੇਲ ਦੋਵਾਂ ਨੂੰ ਰਲਾ ਕੇ ਆ ਜਾਏਗਾ। ਆਪਾਂ ਡਿਸਕਸ ਕਰਾਂਗੇ ਕੁਐਸਚਨ, ਤੁਹਾਨੂੰ ਫਿਰ ਇਹ ਹੌਲੀ ਹੌਲੀ ਇਹਦੇ ਬਾਰੇ ਸਾਰਾ ਕੁਝ ਜਿਹੜਾ ਕਲੀਅਰ ਹੋ ਜਾਏਗਾ। ਐਗਜ਼ਾਮਪਲ ਲੈ ਰਹੇ ਹਾਂ ਛੋਟੀ ਜੀ। ਮੰਨ ਲਓ ਇੱਕ ਕੋਇਨ ਟੌਸ ਕਰਦੇ ਹਾਂ, ਸਿੱਕਾ ਉਛਾਲਦੇ ਹਾਂ। ਇੱਥੇ ਮੈਂ ਵਰਡ ਲਿਖਿਆ ਪੰਜਾਬੀ ਦੇ ਵਿੱਚ ਚਿੱਤ। ਚਿੱਤ ਦਾ ਮਤਲਬ ਹੁੰਦਾ ਹੈ ਹੈਡ, ਤੇ ਦੂਸਰਾ ਵਰਡ ਇਹਦੇ ਵਿੱਚ ਹੁੰਦਾ ਹੈ ਪਟ, ਜਾਂ ਉਸ ਨੂੰ ਟੇਲ ਬੋਲ ਦਿੰਦੇ ਆ। ਚਿੱਤ ਮੀਨਸ ਹੈਡ, ਟੇਲ ਮੀਨਸ ਪਟ। ਸੋ ਜਦੋਂ ਅਸੀਂ ਇੱਕ ਸਿੱਕਾ ਉਛਾਲਦੇ ਹਾਂ ਤੇ ਕੁਐਸਚਨ ਇਹ ਪੁੱਛਿਆ ਗਿਆ ਹੈ ਕਿ ਚਿੱਤ ਆਉਣ ਦੀ ਸੰਭਾਵਨਾ ਦੱਸਣੀ ਹੈ ਵੀ ਉੱਥੇ ਚਿੱਤ ਜਿਹੜਾ ਉਹ ਮਤਲਬ ਹੈਡ ਜਿਹੜਾ ਉਸ ਦੇ ਆਉਣ ਦੀ ਕੀ ਪ੍ਰੋਬੇਬਿਲਿਟੀ ਹੋਏਗੀ। ਸਾਰੇ ਤੋਂ ਪਹਿਲਾਂ ਇਹਦੇ ਵਿੱਚ ਕੀ ਕਰੀਦਾ ਹੈ, ਸੈਂਪਲ ਸਪੇਸ ਲਿਖੀ ਦੀ ਹੈ, ਮਤਲਬ ਉਹ ਸਾਰੀਆਂ ਘਟਨਾਵਾਂ ਲਿਖ ਲਈਦੀਆਂ ਜੋ ਜੋ ਇਹਦੇ ਵਿੱਚ ਹੋ ਸਕਦਾ ਹੈ। ਜਦੋਂ ਅਸੀਂ ਸਿੱਕੇ ਨੂੰ ਕੋਇਨ ਨੂੰ ਟੌਸ ਕਰਾਂਗੇ ਉੱਥੇ ਜਾਂ ਸਾਡੇ ਕੋਲ ਹੈਡ ਆਏਗਾ ਤੇ ਜਾਂ ਸਾਡੇ ਕੋਲ ਟੇਲ ਆਏਗਾ। ਹੈਡ ਜਾਂ ਟੇਲ ਦੇ ਵਿੱਚੋਂ ਕੁਝ ਆ ਸਕਦਾ ਹੈ ਤੇ ਅਸੀਂ ਸੰਭਾਵਨਾ ਕਿਹਦੀ ਲੱਭਣੀ ਆ, ਹੈਡ ਆਉਣ ਦੀ, ਚਿੱਤ ਆਉਣ ਦੀ। ਚਿੱਤ ਕਿੰਨੀ ਵਾਰੀ ਆਇਆ ਇਹਦੇ ਵਿੱਚ, ਇੱਕ ਵਾਰੀ ਆ ਰਿਹਾ ਹੈ। ਇਸ ਦਾ ਮਤਲਬ ਕੀ ਹੋ ਗਿਆ, ਸਾਡੇ ਕੋਲ ਯਤਨਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ। ਸਾਨੂੰ ਕਿਸ ਘਟਨਾ ਨਾਲ ਮਤਲਬ ਸਾਡਾ ਸੰਬੰਧ ਹੈ, ਚਿੱਤ ਆਉਣ ਦੀ ਘਟਨਾ ਦੇ ਨਾਲ। ਉਹ ਕਿੰਨੀ ਵਾਰੀ ਆ ਰਿਹਾ ਸਾਡੇ ਕੋਲ, ਇੱਕ ਵਾਰੀ। ਤੇ ਯਤਨਾਂ ਦੀ ਕੁੱਲ ਸੰਖਿਆ, ਕੁੱਲ ਸੰਖਿਆ ਮੀਨਸ ਉਹਦੇ ਵਿੱਚ ਕਿੰਨੇ ਕਿੰਨੇ ਮਤਲਬ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹਦੇ 'ਚ ਨੈਕਸਟ ਆ ਸਕਦੀ ਹੈ। ਜਿਵੇਂ ਇਹਦੇ ਵਿੱਚ ਸਾਡੇ ਕੋਲ ਹੈਡ ਤੇ ਟੇਲ ਮਿਲਾ ਕੇ ਮਤਲਬ 2 ਕੁੱਲ ਸੰਖਿਆ ਬਣਦੀਆਂ ਨੇ। ਇਸ ਕਰਕੇ ਸਾਡੇ ਕੋਲ ਸੰਭਾਵਨਾ ਕੀ ਹੋਗੀ, ਚਿੱਤ ਆਉਣ ਦੀ 1/2 ਹੋਗੀ। ਨੈਕਸਟ ਐਗਜ਼ਾਮਪਲ ਲੈਂਦੇ ਆ। ਸਪੋਜ਼ ਕਰੋ ਸਾਡੇ ਕੋਲ 2 ਸਿੱਕੇ ਜਿਹੜੇ ਆ ਉਹ ਛਾਲੇ ਜਾਂਦੇ ਆ, 2 ਕੋਇਨ ਟੌਸ ਕੀਤੇ ਜਾਂਦੇ ਆ ਤੇ ਕੁਐਸਚਨ ਕੀ ਆ, ਅਸੀਂ ਦੋਵੇਂ ਵਾਰ ਚਿੱਤ ਆਉਣ ਦੀ ਸੰਭਾਵਨਾ ਜਿਹੜੀ ਆ ਦੱਸਣੀ ਹੈ। ਕੁਐਸਚਨ ਨੂੰ ਉਦਾਂ ਹੀ ਸ਼ੁਰੂ ਕਰਨਾ ਹੈ, ਫਾਰਮੂਲਾ ਜ਼ਰੂਰ ਲਿਖਣਾ ਵਾਲਾ। ਯਤਨਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ ਬਟਾ ਯਤਨਾਂ ਦੀ ਕੁੱਲ ਸੰਖਿਆ। ਇਹਦੇ ਵਿੱਚ ਸਾਡੇ ਕੋਲ ਦੇਖੋ, ਜਦੋਂ ਅਸੀਂ 2 ਸਿੱਕੇ ਜਿਹੜੇ ਉਛਾਲਾਂਗੇ ਤੇ ਹੋ ਸਕਦਾ ਹੈ ਸਾਡੇ ਕੋਲ ਦੋਵਾਂ ਦੇ ਉੱਪਰ ਹੈਡ ਆ ਜਾਏ, ਜਾਂ ਪਹਿਲੇ ਤੇ ਹੈਡ ਦੂਸਰੇ ਤੇ ਟੇਲ ਆ ਜਾਏ, ਜਾਂ ਟੇਲ ਹੈਡ ਆ ਜਾਏ, ਜਾਂ ਦੋਵਾਂ ਦੇ ਉੱਪਰ ਟੇਲ ਆ ਜਾਵੇ। ਸੋ ਸਾਨੂੰ ਚਾਹੀਦਾ ਕੀ ਹੈ, ਸਾਡਾ ਕਿਸ ਘਟਨਾ ਨਾਲ ਸੰਬੰਧ ਹੈ, 2 ਵਾਰ ਚਿੱਤ ਆਵੇ। ਠੀਕ ਹੈ,
ਦੋ ਵਾਰ ਆਉਣਾ ਚਾਹੀਦਾ, ਦੋ ਵਾਰੀ ਆਉਣ ਚਿੱਤ ਆ ਰਿਹਾ ਸਿਰਫ ਇੱਕ ਜਗ੍ਹਾ ਦੇ ਉੱਪਰ, ਇੱਥੇ ਸਿਰਫ ਇੱਕ ਵਾਰੀ ਆਇਆ, ਇੱਥੇ ਵੀ ਇੱਕ ਵਾਰੀ ਆਇਆ। ਸੋ ਇਸ ਕਰਕੇ ਸਾਡੇ ਕੋਲ ਫਾਰਮੂਲੇ ਦੇ ਅਕੋਰਡਿੰਗ ਯਤਨਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ ਉਹ ਕਿੰਨੇ ਹੋ ਗਏ ਸਾਡੇ ਕੋਲ, ਇੱਕ ਹੋ ਗਿਆ। ਤੇ ਟੋਟਲ ਕਿੰਨੇ ਹੋ ਗਏ, ਟੋਟਲ ਯਤਨ ਕਿੰਨੇ ਹੋ ਗਏ ਸਾਡੇ ਕੋਲ, 1 2 3 4 ਬਟਾ ਕਿੰਨਾ ਆ ਗਿਆ ਸਾਡੇ ਕੋਲ 4 ਆ ਗਿਆ। ਸੋ ਸੰਭਾਵਨਾ ਕੀ ਹੋ ਗਈ ਸਾਡੇ ਕੋਲ 1/4। ਇਹਨੂੰ ਅਸੀਂ ਇਸ ਸਿੰਬਲ ਨਾਲ ਡਿਨੋਟ ਕਰ ਦਿੰਦੇ ਹਾਂ। PE ਮੀਨਸ ਪ੍ਰੋਬੇਬਿਲਿਟੀ ਆਫ ਇਵੈਂਟ, ਘਟਨਾ ਦੀ ਸੰਭਾਵਨਾ। ਦੂਸਰਾ ਕੁਐਸਚਨ ਇਹ 'ਚ ਲਿਆ ਹੋਇਆ ਕਿ ਘੱਟ ਤੋਂ ਘੱਟ ਇੱਕ ਵਾਰੀ ਪਟ ਆਵੇ, ਉਹਦੀ ਕੀ ਸੰਭਾਵਨਾ ਹੈ। ਘੱਟੋ ਘੱਟ ਇੱਕ ਪਟ ਲਿਖਿਆ, ਇਹਦਾ ਮਤਲਬ ਵੱਧ ਤੋਂ ਵੱਧ ਦੋ ਵੀ ਹੋ ਸਕਦੇ ਆ, ਕਿਉਂਕਿ ਦੋ ਕੋਇਨ ਨੇ ਇਹਦੇ ਵਿੱਚ। ਇਸ ਕਰਕੇ ਅਸੀਂ ਉਹ ਸਾਰੇ ਇਵੈਂਟ ਲਵਾਂਗੇ ਜਿਸ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਟੇਲ ਜਿਹੜਾ ਜਾਂ ਪਟ ਜ਼ਰੂਰ ਆ ਰਿਹਾ ਹੈ। 1 2 3 ਸਾਡੇ ਕੋਲ ਕਿੰਨੇ ਹੋ ਗਏ, 3 ਹੋ ਗਏ। ਤੇ ਟੋਟਲ ਕਿੰਨੇ ਨੇ, 4। ਇਸ ਕਰਕੇ ਸੰਭਾਵਨਾ ਕੀ ਹੋ ਗਈ, 3/4 ਹੋ ਗਈ। ਇਸ ਤਰ੍ਹਾਂ ਜੇ ਸਾਡੇ ਕੋਲ 3 ਸਿੱਕੇ ਹੁੰਦੇ ਨੇ ਤੇ ਅਸੀਂ ਉਹਦੀ ਸੈਂਪਲ ਸਪੇਸ ਬਣਾ ਕੇ ਉਹਦੇ ਨਾਲ ਸੰਬੰਧਿਤ ਕੁਐਸਚਨ ਕਰ ਸਕਦੇ ਹਾਂ। ਸੈਂਪਲ ਸਪੇਸ ਬਣਾਉਣਾ ਸੌਖਾ ਹੀ ਹੈ। ਤਿੰਨੇ ਵਾਰੀ H ਲਿਖ ਲਿਆ ਪਹਿਲਾਂ, ਕਿਉਂਕਿ 3 ਸਿੱਕੇ ਆ, ਹੋ ਸਕਦਾ ਤਿੰਨਾਂ ਦੇ ਉੱਪਰ ਹੈਡ ਆ ਜੇ। ਫਿਰ ਕੀ ਕਰੋ ਤੁਸੀਂ, ਲਾਸਟ ਤੇ T ਤੋਂ ਸ਼ੁਰੂ ਹੋ ਜਾਓ। ਇਹਦੇ ਲਾਸਟ ਤੇ T ਲਿਖੋ, T ਨੂੰ ਦੂਸਰੇ ਨੰਬਰ ਤੇ ਲਿਖੋ, ਫਿਰ T ਨੂੰ ਪਹਿਲੇ ਨੰਬਰ ਤੇ ਲਿਖੋ, ਫਿਰ 3 ਟੀਆਂ ਲਿਖ ਲਓ, ਟੇਲ ਟੇਲ ਟੇਲ। ਲਾਸਟ ਵਾਲੀ T ਦੀ ਜਗ੍ਹਾ ਤੇ H ਲਿਖ ਲਓ, H ਨੂੰ ਦੂਸਰੇ ਨੰਬਰ ਤੇ ਕਰੋ, H ਨੂੰ ਫਿਰ ਪਹਿਲੇ ਨੰਬਰ ਤੇ ਕਰੋ। ਤੇ ਸਾਡੇ ਕੋਲ ਜਿਹੜੇ ਆ ਟੋਟਲ ਜੋ ਵੀ ਉਹਦੇ ਵਿੱਚ ਹੋ ਸਕਦਾ ਉਹ ਇਸ ਤਰੀਕੇ ਨਾਲ ਸਾਡੇ ਕੋਲ ਆ ਜਾਂਦਾ ਹੈ। ਸੋ ਇਹ ਸੀਗਾ ਕੋਇਨ ਬਾਰੇ ਕਿ ਸੰਭਾਵਨਾ ਦੇ ਵਿੱਚ ਇਹਦਾ ਮਤਲਬ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਆ ਉਹ ਪੁੱਟ ਹੋ ਸਕਦੇ ਆ। ਨੈਕਸਟ ਜੋ ਹੈ ਇਹਦੇ ਵਿੱਚ ਉਹ ਹੈ ਸਾਡੇ ਕੋਲ ਡਾਈਸ। ਤੁਸੀਂ ਸਾਰਿਆਂ ਨੇ ਲੁੱਡੋ ਜਿਹੜੀ ਆ ਜ਼ਰੂਰ ਉਹ ਤੁਸੀਂ ਖੇਡੀ ਹੋਏਗੀ। ਤੁਸੀਂ ਉਹਦੇ ਵਿੱਚ ਕਿਊਬ ਜਿਹੜਾ ਉਹ ਜ਼ਰੂਰ ਦੇਖਿਆ ਹੋਏਗਾ। ਮੇਰੇ ਕੋਲ ਹੈ ਵੀ ਹੈ ਇੱਕ ਕਿਊਬ, ਜਿਸ ਤਰ੍ਹਾਂ ਇੱਕ ਮਤਲਬ ਬਣਿਆ ਹੋਇਆ ਗੱਤੇ ਦਾ ਕਿਊਬ ਹੈ। ਇਸ ਦੇ ਉੱਪਰ ਨੰਬਰ ਲਿਖੇ ਹੋਏ ਨੇ, 1 ਤੋਂ ਲੈ ਕੇ 6 ਤੱਕ ਨੰਬਰ ਨੇ। 6 ਫੇਸ ਹੁੰਦੇ ਨੇ, ਇਸ ਕਰਕੇ 6 ਨੰਬਰ ਨੇ ਇਸ ਦੇ ਵਿੱਚ। ਹੁਣ ਜਦੋਂ ਅਸੀਂ ਇਸ ਨੂੰ ਸੁੱਟਦੇ ਹਾਂ ਤਾਂ ਉੱਥੇ ਫਿਰ ਕੁਝ ਵੀ ਆ ਸਕਦਾ ਹੈ। ਹੋ ਸਕਦਾ ਉਹ ਪਹਿਲਾ ਫੇਸ ਆ ਜਾਵੇ, ਦੂਸਰਾ ਫੇਸ ਆ ਜਾਵੇ, ਮਤਲਬ 3 ਨੰਬਰ ਆ ਜਾਏ, 4 ਆ ਜਾਏ, 5 ਆ ਜਾਏ, 6 ਆ ਜਾਏ। ਸੋ ਇਸ ਦੇ ਵਿੱਚੋਂ ਕਈ ਕੁਐਸਚਨ ਅਰਾਈਜ਼ ਹੋ ਜਾਂਦੇ ਨੇ। ਜਿਵੇਂ ਹੁਣ ਇੱਕ ਕੁਐਸਚਨ ਹੈ, ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ, ਸੰਭਾਵਨਾ ਦੱਸਣੀ ਹੈ ਕਿ ਇੱਕ ਭਾਜ ਸੰਖਿਆ ਆਵੇ, 2 ਅਤੇ 6 ਦੇ ਵਿਚਕਾਰ ਕੋਈ ਸੰਖਿਆ ਆਵੇ, ਜਾਂ ਇੱਕ ਟਾਂਕ ਸੰਖਿਆ ਆਵੇ। ਪਹਿਲਾਂ ਤੁਹਾਨੂੰ ਅਭਾਜ ਦਾ ਕਨਸੈਪਟ ਜਿਹੜਾ ਜ਼ਰੂਰ ਕਲੀਅਰ ਹੋਣਾ ਚਾਹੀਦਾ ਹੈ। ਉਹ ਸੰਖਿਆ ਜਿਸ ਦੇ ਕੇਵਲ 2 ਹੀ ਗੁਣਨਖੰਡ ਹੁੰਦੇ ਨੇ, ਜਾਂ ਇਹਨੂੰ ਸੌਖੇ ਸ਼ਬਦਾਂ 'ਚ ਕਹਿ ਲਈਏ, ਉਹ ਸੰਖਿਆ ਜਿਹੜੀ ਸਿਰਫ 2 ਹੀ ਪਹਾੜਿਆਂ 'ਚ ਆਉਂਦੀ ਹੈ। ਜਿਵੇਂ ਸਪੋਜ਼ ਕਰੋ ਮੇਰੇ ਕੋਲ ਸੰਖਿਆ ਹੈ 2। ਹੁਣ 2 ਜਾਂ ਤਾਂ 2 ਦੇ ਪਹਾੜੇ 'ਚ ਆਏਗਾ ਤੇ ਜਾਂ ਫਿਰ ਉਹ 1 ਦੇ ਪਹਾੜੇ 'ਚ ਆਏਗਾ। ਇਸ ਦਾ ਮਤਲਬ ਜਿਹੜਾ 2 ਹੈ ਉਹ ਸਾਡੇ ਕੋਲ ਕੀ ਹੈ, ਇੱਕ ਅਭਾਜ ਸੰਖਿਆ ਹੈ। ਇੱਕ ਜਿਹੜਾ ਵਾ ਉਹ ਅਭਾਜ ਨਹੀਂ ਹੁੰਦਾ, ਇੱਕ ਜਿਹੜਾ ਉਹ ਸਿਰਫ ਆਪਣੇ ਪਹਾੜੇ 'ਚ ਹੀ ਆਉਂਦਾ ਹੈ। ਮਤਲਬ ਉਸ ਦੇ 2 ਗੁਣਨਖੰਡ ਜਿਹੜੇ ਆ ਨਹੀਂ ਬਣਦੇ। ਇਸ ਤੋਂ 2 ਤੋਂ ਅਗਲੀ ਸੰਖਿਆ 3 ਹੋ ਜਾਂਦੀ ਹੈ, 3 ਤੋਂ ਅੱਗੇ 5 ਹੋ ਜਾਂਦਾ ਹੈ। 4 ਜਿਹੜਾ ਭਾਜ ਵਿੱਚ ਨਹੀਂ ਆਏਗਾ, ਕਿਉਂਕਿ 4 ਨੂੰ ਜਦੋਂ ਅਸੀਂ ਪਹਾੜਿਆਂ ਦੇ ਰੂਪ 'ਚ ਲਿਖਾਂਗੇ ਤੇ ਉਹ 2 ਤੋਂ ਜ਼ਿਆਦਾ ਪਹਾੜਿਆਂ 'ਚ ਆਏਗਾ, ਮਤਲਬ ਉਸ ਦੇ 2 ਤੋਂ ਜ਼ਿਆਦਾ ਗੁਣਨਖੰਡ ਹੋ ਜਾਣਗੇ। ਤੇ ਅਜਿਹੀ ਸੰਖਿਆ ਨੂੰ ਫਿਰ ਅਸੀਂ ਭਾਜ ਬੋਲ ਦਿੰਦੇ ਹਾਂ, ਉਹ ਅਭਾਜ ਨਹੀਂ ਹੁੰਦੀ। ਫਿਰ ਇੱਥੇ ਅਸੀਂ ਕੀ ਲੱਭਣਾ ਹੈ, ਸੰਭਾਵਨਾ ਪਤਾ ਕਰਨੀ ਹੈ ਕਿ ਇੱਕ ਅਭਾਜ ਸੰਖਿਆ ਆਵੇ। ਇਹਦੇ ਵਿੱਚ ਹੁਣ ਅਸੀਂ ਅਭਾਜ ਦੇਖਣੀ ਆ, ਇੱਕ ਹੋਏਗਾ 2, ਇੱਕ ਹੋਏਗਾ ਸਾਡੇ ਕੋਲ 3, ਇੱਕ ਹੋਏਗਾ 5। ਸੋ ਸਾਡੇ ਕੋਲ ਕਿੰਨੀਆਂ ਹੋ ਗਈਆਂ, 3 ਸੰਖਿਆਵਾਂ ਹੋ ਗਈਆਂ ਤੇ ਟੋਟਲ ਕਿੰਨੀਆਂ ਨੇ, 6 ਨੇ। ਇਸ ਕਰਕੇ ਸਾਡੇ ਕੋਲ ਸੰਭਾਵਨਾ ਕਿੰਨੀ ਆ ਗਈ, 1/2 ਆ ਗਈ। ਫਾਰਮੂਲਾ ਉਹੀ ਅਸੀਂ ਹਰ ਜਗ੍ਹਾ ਤੇ ਲਿਖਣਾ ਹੈ, ਯਤਨਾਂ ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੈ ਬਟਾ ਯਤਨਾਂ ਦੀ ਕੁੱਲ ਸੰਖਿਆ। ਇੱਕ ਹੋਰ ਸੌਖਾ ਫਾਰਮੂਲਾ ਇਹਦੇ ਵਿੱਚ ਅਸੀਂ ਅਪਲਾਈ ਕਰ ਸਕਦੇ ਹਾਂ, ਉਹ ਹੁੰਦਾ ਹੈ ਅਨੁਕੂਲ ਪਰਿਣਾਮ, ਤੇ ਬਟਾ ਹੁੰਦਾ ਹੈ ਕੁੱਲ ਸੰਭਵ ਪਰਿਣਾਮ। ਮਤਲਬ ਇਹਦਾ ਵੀ ਉਹੀ ਮਤਲਬ ਹੈ ਕਿ ਘਟਨਾ ਨਾਲ ਸੰਬੰਧਿਤ ਜੋ ਸਾਨੂੰ ਕੁਐਸਚਨ ਪੁੱਛਿਆ ਗਿਆ ਹੈ ਉਹਦੇ ਨਾਲ ਸੰਬੰਧਿਤ ਉਹਦੇ ਵਿੱਚ ਕਿੰਨੇ ਮਤਲਬ ਇਵੈਂਟ ਬਣਦੇ ਪਏ ਨੇ, ਤੇ ਬਟਾ ਟੋਟਲ ਕਿੰਨੇ ਉਹਦੇ ਵਿੱਚ ਪੋਸੀਬਲ ਕੇਸਿਸ ਨੇ, ਉਹਦੇ ਨਾਲ ਅਸੀਂ ਡਿਵਾਈਡ ਕਰਾਂਗੇ ਤੇ ਸਾਡੇ ਕੋਲ ਉਹ ਸੰਭਾਵਨਾ ਆ ਜਾਏਗੀ। ਦੂਸਰਾ ਹੈ 2 ਅਤੇ 6 ਦੇ ਵਿਚਕਾਰ ਕੋਈ ਸੰਖਿਆ ਆਵੇ। 2 ਅਤੇ 6 ਦੇ ਵਿਚਕਾਰ ਕੋਈ ਸੰਖਿਆ ਲੈਣੀ ਹੈ, ਮਤਲਬ 3 ਵੀ ਆ ਸਕਦਾ ਹੈ, 4 ਵੀ ਆ ਸਕਦਾ ਹੈ, 5 ਵੀ ਆ ਸਕਦਾ ਹੈ। ਇਸ ਦਾ ਮਤਲਬ ਕਿੰਨੀਆਂ ਸੰਖਿਆਵਾਂ ਹੋ ਗਈਆਂ ਸਾਡੇ ਕੋਲ, ਫਿਰ 3, ਟੋਟਲ 6 ਨੇ। ਸੰਭਾਵਨਾ ਕਿੰਨੀ ਹੋਗੀ ਸਾਡੇ ਕੋਲ, 1/2। ਇਸ ਤਰ੍ਹਾਂ ਤੀਸਰਾ ਕੁਐਸਚਨ ਹੈ, ਕੋਈ ਟਾਂਕ ਸੰਖਿਆ ਆ ਜੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਟਾਂਕ ਕੀ ਹੁੰਦੀ ਹੈ, ਜਿਹੜੀ 2 ਨਾਲ ਭਾਗ ਨਹੀਂ ਹੁੰਦੀ, 2 ਦੇ ਪਹਾੜੇ 'ਚ ਨਹੀਂ ਆਉਂਦੀ। ਇੱਥੇ ਟਾਂਕ ਕਿਹੜੀ ਕਿਹੜੀ ਆ, 1 3 ਤੇ 5। ਕਿੰਨੀਆਂ ਸੰਖਿਆਵਾਂ ਨੇ ਫਿਰ ਸਾਡੇ ਕੋਲ, 3 ਸੰਖਿਆਵਾਂ ਨੇ, ਤੇ ਬਟਾ ਕਿੰਨਾ ਹੋ ਗਿਆ 6, ਤੇ ਸੰਭਾਵਨਾ ਕਿੰਨੀ ਹੋ ਗਈ ਸਾਡੇ ਕੋਲ 1/2। ਸੋ
ਇਹ ਹੈਗਾ मतलब ਜੇ ਅਸੀਂ ਇੱਕ ਪਾਸਾ ਜਿਹੜਾ ਸੁੱਟਦੇ ਹਾਂ, ਇੱਕ ਵਾਰ ਸੁੱਟਦੇ ਹਾਂ, ਇਹਦੇ ਵਿੱਚ ਹੀ ਨੈਕਸਟ ਕੁਐਸਚਨ ਹੈ, ਜੇ ਅਸੀਂ ਇੱਕ ਪਾਸੇ ਨੂੰ ਦੋ ਵਾਰੀ ਸੁੱਟ ਲਈਏ ਜਾਂ ਦੋ ਪਾਸਿਆਂ ਨੂੰ ਇਕੱਠੇ ਸੁੱਟ ਲਈਏ ਤੇ ਫਿਰ ਸਾਡੇ ਕੋਲ ਕੀ ਆਏਗਾ। ਦੇਖੋ ਜਦੋਂ ਸਾਡੇ ਕੋਲ ਦੋ ਪਾਸੇ ਹੋਣਗੇ, ਜੇ ਮੈਂ ਦੋਵਾਂ ਨੂੰ ਇਕੱਠਿਆਂ ਨੂੰ ਸੁੱਟ ਰਿਹਾ ਹਾਂ ਤੇ ਉਹਨਾਂ ਨੂੰ ਸੁੱਟਿਆ ਹੋ ਸਕਦਾ ਹੈ ਮੇਰੇ ਕੋਲ ਇੱਕ ਦੇ ਉੱਪਰ 5 ਆ ਜਾਏ, ਇੱਕ ਦੇ ਉੱਪਰ 6 ਆ ਜਾਏ, ਜਾਂ ਫਿਰ ਇੱਕ ਤੇ 5 ਆ ਰਿਹਾ, ਇੱਕ ਤੇ 2 ਆ ਜਾਵੇ। ਮਤਲਬ ਇਸ ਤਰ੍ਹਾਂ ਕਿੰਨੇ ਸਾਰੇ ਕੇਸ ਬਣ ਜਾਣਗੇ। ਤੇ ਜੇ ਉਹਨੂੰ ਅਸੀਂ ਸੈਂਪਲ ਸਪੇਸ ਦੀ ਫਾਰਮ 'ਚ ਲਿਖੀਏ ਤਾਂ ਉਹ ਕੁਛ ਐਦਾਂ ਦਾ ਹੋਏਗਾ ਕਿ ਪਹਿਲੇ ਪਾਸੇ ਤੇ ਇੱਕ ਆ ਜਾਏ, ਦੂਜੀ ਵਾਰੀ ਸੁੱਟਿਆ ਵੀ ਇੱਕ ਆ ਜਾਏ, ਜਾਂ ਜੇ ਦੋ ਪਾਸੇ ਹੈ ਤੇ ਉਹਦੇ ਉੱਪਰ ਵੀ ਇੱਕ ਆ ਜਾਵੇ, ਜਾਂ ਇੱਕ ਤੇ 2 ਆ ਜਾਵੇ, ਇੱਕ ਤੇ 3 ਆ ਜਾਵੇ, ਤੇ ਇੱਕ मतलब 6 ਤੱਕ ਹੈ। ਇਸ ਕਰਕੇ ਸਾਡੇ ਕੋਲ ਦੂਸਰੇ ਪਾਸੇ ਤੇ 6 ਤੱਕ ਹੋ ਗਿਆ। ਫਿਰ ਪਹਿਲੇ ਤੇ 2 ਆ ਜਾਏ, ਦੂਸਰੇ ਤੇ 1 ਆ ਜਾਏ, ਫਿਰ ਇਹਨੂੰ ਅਸੀਂ ਲਿਖ ਲਿਆ। ਇਸ ਤਰ੍ਹਾਂ ਕਰਦੇ ਕਰਦੇ ਸਾਡੇ ਕੋਲ ਇੱਥੋਂ ਤੱਕ ਕੇਸ ਜਿਹੜੇ ਆ ਬਣ ਜਾਣਗੇ। ਤੇ ਟੋਟਲ ਕਿੰਨੇ ਹੁੰਦੇ ਆ? 36 ਕੇਸ ਜਿਹੜੇ ਇਹਦੇ ਵਿੱਚ ਬਣ ਜਾਂਦੇ ਨੇ। ਸੋ ਇਹਦੇ ਵਿੱਚੋਂ ਬੜੇ ਸਾਰੇ ਕੁਐਸਚਨ ਅਰਾਈਜ਼ ਹੋ ਜਾਂਦੇ ਨੇ। ਮੈਂ 2-4 ਕੁਐਸਚਨ ਇਹਦੇ ਵਿੱਚੋਂ ਲਏ ਹੋਏ ਨੇ। ਸੰਭਾਵਨਾ ਦੱਸਣੀ ਹੈ ਕਿ ਹਰੇਕ ਵਾਰੀ ਇੱਕੋ ਜੀ ਸੰਖਿਆ ਆ ਜਾਏ, ਸੇਮ ਸੰਖਿਆ ਆ ਜਾਏ, ਜਿਵੇਂ 1 ਤੇ 1 ਆ, 2 ਤੇ 2 ਆ। ਦੇਖੋ ਹਰੇਕ ਵਾਰੀ ਸੇਮ ਸੰਖਿਆ ਜਿਹੜੀ ਆਏਗੀ ਉਹ ਇਹ ਆ ਸਕਦੀ ਹੈ, ਜਾਂ ਦੋਵਾਂ ਦੇ ਉੱਪਰ 1-1 ਆ ਜਾਏ, ਜਾਂ 2-2 ਆ ਜਾਏ, ਜਾਂ 3-3 ਆ ਜਾਏ, 4-4 ਆ ਜਾਏ, 5-5 ਆ ਜਾਏ, ਜਾਂ 6-6 ਆ ਜਾਏ। ਇਸ ਦਾ ਮਤਲਬ ਇਹ ਕਿੰਨੇ ਹੋ ਗਏ ਸਾਡੇ ਕੋਲ? 1 2 3 4 5 6 ਤੇ ਟੋਟਲ ਕਿੰਨੇ ਆ ਸਾਡੇ ਕੋਲ? 36 ਨੇ। ਇਸ ਕਰਕੇ ਸਾਡੇ ਕੋਲ ਸੰਭਾਵਨਾ ਕੀ ਹੋਗੀ? 6/36। ਉਹ ਫਾਰਮੂਲਾ ਜਿਹੜਾ ਸਟਾਰਟਿੰਗ 'ਚ ਅਸੀਂ ਡਿਸਕਸ ਕੀਤਾ ਸੀ ਉਹ ਹਰੇਕ ਕੁਐਸਚਨ ਦੇ ਵਿੱਚ ਤੁਸੀਂ ਨਾਲ ਨਾਲ ਇਹਦੇ ਵਿੱਚ ਲਿਖਣਾ ਹੈ। ਸੋ 6/36 ਕਿੰਨਾ ਬਣ ਗਿਆ ਸਾਡੇ ਕੋਲ? 1/6 ਹੋ ਗਿਆ। ਦੂਸਰਾ ਕੁਐਸਚਨ ਹੈ, ਹਰੇਕ ਵਾਰ ਟਾਂਕ ਸੰਖਿਆ ਆ ਜਾਏ, ਦੋਵਾਂ ਪਾਸਿਆਂ ਦੇ ਉੱਪਰ ਕੋਈ ਨਾ ਕੋਈ ਟਾਂਕ ਸੰਖਿਆ ਹੋਵੇ। ਤੁਸੀਂ ਦੇਖੋ ਰਫਲੀ ਦੇਖੋ ਤਾਂ ਇੱਕ ਟਾਂਕ ਸੰਖਿਆ ਇੱਥੇ ਬਣਦੀ ਪਈ ਹੈ ਤੇ ਦੋਵਾਂ ਦੇ ਉੱਪਰ ਬਣਦੀ ਪਈ ਹੈ। ਇੱਥੇ ਵੀ ਟਾਂਕ ਸੰਖਿਆ ਹੈ, ਇੱਥੇ ਵੀ ਟਾਂਕ ਸੰਖਿਆ ਹੈ। ਇੱਥੇ ਨਹੀਂ ਲੈ ਸਕਦੇ, ਨਾ ਇੱਥੇ ਲੈ ਸਕਦੇ, ਕਿਉਂਕਿ 2 ਤੇ 4 ਤੇ 6 ਕੀ ਆ ਸਾਡੇ ਕੋਲ? ਜਿਸਤ ਸੰਖਿਆ ਹੈ। ਸਾਨੂੰ ਦੋਵਾਂ ਪਾਸਿਆਂ ਦੇ ਉੱਪਰ ਟਾਂਕ ਸੰਖਿਆ ਚਾਹੀਦੀ ਹੈ। ਇਹਨੂੰ ਸਾਰੀ ਲਾਈਨ ਨੂੰ ਛੱਡਣਾ ਪਏਗਾ ਕਿਉਂਕਿ 2 ਆ ਰਿਹਾ ਸਾਰਿਆਂ ਦੇ ਵਿੱਚ। 2 ਕੀ ਹੁੰਦਾ? ਜਿਸਤ ਹੁੰਦਾ। ਫਿਰ ਇੱਥੇ ਆ ਜਾਏਗਾ 3 ਤੇ 1, 3-3 ਜਾਂ 3-5। ਇਸ ਤਰ੍ਹਾਂ ਇਹ ਵਾਲੀ ਲਾਈਨ ਜਿਹੜੀ ਆ ਉਹ ਸਾਡੇ ਕੋਲ ਆ ਜਾਏਗੀ। 4 ਵਾਲੀ ਲਾਈਨ ਨੂੰ ਤੇ 6 ਵਾਲੀ ਲਾਈਨ ਨੂੰ ਛੱਡਣਾ ਪਏਗਾ ਕਿਉਂਕਿ ਸਾਨੂੰ ਦੋਵਾਂ ਪਾਸਿਆਂ ਤੇ ਟਾਂਕ ਸੰਖਿਆ ਚਾਹੀਦੀ ਹੈ। ਸੋ ਟੋਟਲ ਕੇਸ ਕਿੰਨੇ ਬਣ ਗਏ ਸਾਡੇ ਕੋਲ? 9 ਬਣ ਗਏ। ਸੋ 9/36 ਸੰਭਾਵਨਾ ਕਿੰਨੀ ਹੋਗੀ? 9 ਨੂੰ 36 ਨਾਲ ਕੱਟਿਆ ਤੇ 1/4 ਬਣ ਗਿਆ। ਤੀਸਰਾ ਕੁਐਸਚਨ ਹੈ, ਦੋਹਾਂ ਉੱਪਰ ਆ ਰਹੀਆਂ ਸੰਖਿਆਵਾਂ ਦਾ ਜੋੜ 6 ਤੋਂ ਵੱਡਾ ਹੋਵੇ। ਇੱਥੇ ਜਿਹੜੀਆਂ ਸੰਖਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਪਲੱਸ ਕੀਤਿਆਂ 6 ਤੋਂ ਵੱਡਾ ਬਣੇ। ਦੇਖੋ ਇੱਥੇ ਜੋੜ ਕਿੰਨਾ ਬਣ ਰਿਹਾ? 6 ਬਣ ਰਿਹਾ ਸੀ। 6 ਤੋਂ ਵੱਡਾ ਲੈਣਾ ਹੈ। ਇੱਕ ਵਾਲਾ ਇੱਕ ਘਟਨਾ ਇਹ ਹੋਗੀ। ਉਸ ਦੇ ਬਾਅਦ ਇੱਥੇ ਆ ਜਾਈਏ 2 ਤੇ 5, 2 ਤੇ 6, ਕਿਉਂਕਿ 7 ਬਣਦਾ ਹੈ, 8 ਬਣਦਾ ਹੈ। ਫਿਰ ਇੱਥੇ 7 ਬਣਿਆ, 8 ਬਣਿਆ, 9 ਬਣਿਆ, 7 8 9 10। ਇਸ ਤਰ੍ਹਾਂ ਅਸੀਂ ਸਾਰੇ ਕੇਸ ਜਿਹੜੇ ਆ ਰਿਕਾਰਡ ਕਰ ਲਏ ਤੇ ਸਾਡੇ ਕੋਲ ਕਿੰਨੇ ਬਣ ਜਾਣੇ ਆ? 21 ਕੇਸ ਜਿਹੜੇ ਬਣ ਜਾਣੇ ਆ। 21/36 ਤੇ ਸਾਡੇ ਕੋਲ ਇਹਨੂੰ ਕੱਟਾਂਗੇ ਤੇ ਕਿੰਨਾ ਆ ਜਾਊਗਾ? 7/12। ਇੱਕ ਕੁਐਸਚਨ ਇਹਦੇ 'ਚ ਹੋਰ, ਘੱਟੋ ਘੱਟ ਇੱਕ ਪਾਸੇ ਤੇ ਸੰਖਿਆ 3 ਆਵੇ। ਮਤਲਬ ਦੋ ਪਾਸੇ, ਮਤਲਬ ਦੋ ਅਸੀਂ ਇਹਦੇ 'ਚ ਲਏ ਹੋਏ ਨੇ ਪਾਸੇ, ਉਹਦੇ ਵਿੱਚੋਂ ਇੱਕ ਜਿਹੜਾ ਵਾ ਉਹਦੇ ਤੇ 3 ਆ ਜਾਵੇ। ਘੱਟੋ ਘੱਟ ਹੈ, ਵੱਧ ਤੋਂ ਵੱਧ ਦੋਵਾਂ ਦੇ ਉੱਪਰ ਵੀ 3 ਹੋ ਸਕਦੀ ਹੈ। ਹੁਣ ਜਿੱਥੇ ਇੱਥੇ 3 ਆ ਰਿਹਾ ਤੁਸੀਂ ਉਹ ਨੋਟ ਕਰ ਲੈਣਾ। ਇੱਥੇ ਆਇਆ 1, ਉਸ ਦੇ ਬਾਅਦ 2 ਕਿਉਂਕਿ ਇਹਦੇ 'ਚ 3 ਆ ਰਿਹਾ, ਫਿਰ ਇੱਥੇ ਸਾਰਿਆਂ ਤੇ 3 ਆਇਆ, ਸਾਰੇ ਗਿਣ ਲਓ। 2 ਇੱਥੇ ਤੱਕ ਹੋਏ ਸੀ, 3 4 5 6 7 8, ਫਿਰ ਉਸ ਦੇ ਬਾਅਦ 9, ਫਿਰ 10, ਫਿਰ ਉਸ ਦੇ ਬਾਅਦ 11। ਇਸ ਦਾ ਮਤਲਬ 11 ਇਹਦੇ ਵਿੱਚ ਕੇਸਿਸ ਨੇ ਜਿਨ੍ਹਾਂ ਦੇ ਵਿੱਚ 3 ਆ ਰਿਹਾ ਹੈ। ਸੋ ਇਸ ਕਰਕੇ ਪ੍ਰੋਬੇਬਿਲਿਟੀ ਸੰਭਾਵਨਾ ਕੀ ਹੋਗੀ? 11/36 ਹੋ ਜਾਏਗੀ ਸਾਡੇ ਕੋਲ। ਸੋ ਇਹ ਕੱਟਿਆ ਨਹੀਂ ਜਾਂਦਾ, ਇਸ ਕਰਕੇ ਸੰਭਾਵਨਾ ਸਾਡੇ ਕੋਲ ਇਹ ਬਣ ਜਾਏਗੀ। ਸੋ ਪਾਸੇ ਵਾਲਾ ਕੰਸੈਪਟ ਜਿਹੜਾ ਤੁਹਾਨੂੰ ਇਹਦੇ ਚੋਂ ਕਲੀਅਰ ਹੋ ਗਿਆ ਹੋਏਗਾ। ਇਹਦੇ ਵਿੱਚ ਹੀ ਮੈਂ ਨੈਕਸਟ ਡਿਸਕਸ ਕਰਨਾ ਹੈ ਛੋਟੇ ਕੁਐਸਚਨ ਜਿਹੜੇ ਇਹਦੇ ਵਿੱਚੋਂ ਕਿਸੇ ਵੇਲੇ ਅਰਾਈਜ਼ ਹੋ ਜਾਂਦੇ ਆ। ਮੰਨ ਲਓ ਇੱਕ ਹੀ ਕੁਐਸਚਨ ਹੈ, ਇੱਕ ਥੈਲੇ ਵਿੱਚ ਕੇਵਲ ਨਿੰਬੂ ਦੀ ਮਹਿਕ ਵਾਲੀਆਂ ਮਿੱਠੀਆਂ ਗੋਲੀਆਂ ਹਨ। ਮਾਲਣੀ ਬਿਨਾਂ ਥੈਲੇ ਵਿੱਚ ਦੇਖੇ ਉਸ ਵਿੱਚੋਂ ਇੱਕ ਗੋਲੀ ਬਾਹਰ ਕੱਢਦੀ ਹੈ। ਸੰਭਾਵਨਾ ਪਤਾ ਕਰੋ ਕਿ ਕੱਢੀ ਗਈ ਗੋਲੀ ਸੰਤਰੇ ਦੀ ਮਹਿਕ ਵਾਲੀ ਹੈ, ਨਿੰਬੂ ਦੀ ਮਹਿਕ ਵਾਲੀ ਹੈ। ਦੇਖੋ ਕੁਐਸਚਨ ਨੂੰ ਦੇਖੋ ਕੀ ਆ, ਕੇਵਲ ਨਿੰਬੂ ਦੀ ਮਹਿਕ ਵਾਲੀਆਂ ਗੋਲੀਆਂ ਹਨ ਤੇ ਉਹ ਕੀ ਕਹਿ ਰਿਹਾ? ਸੰਭਾਵਨਾ ਦੱਸਣੀ ਹੈ ਸੰਤਰੇ ਦੀ ਮਹਿਕ ਵਾਲੀ ਗੋਲੀ। ਹੁਣ ਗੋਲੀਆਂ ਤੇ ਨਿੰਬੂ ਦੀ ਮਹਿਕ ਵਾਲੀਆਂ ਨੇ, ਉਹਦੇ ਵਿੱਚੋਂ ਸੰਤਰੇ ਦੀ ਤਾਂ ਹੋਏਗੀ ਨਹੀਂ। ਇਸ ਦਾ ਮਤਲਬ ਜਿਹੜਾ ਪਹਿਲਾ ਕੁਐਸਚਨ ਹੈ ਉਹ ਸਾਡੇ ਕੋਲ ਕੀ ਹੋ ਗਈ? ਇੱਕ ਅਸੰਭਵ ਘਟਨਾ ਹੋ ਗਈ ਹੈ।
ਕਿਉਂਕਿ ਉਹਦੇ ਵਿੱਚ ਕੇਵਲ ਨਿੰਬੂ ਦੀ ਮਹਿਕ ਵਾਲੀਆਂ ਗੋਲੀਆਂ ਹਨ। ਅਜਿਹੇ ਕੇਸ ਦੇ ਵਿੱਚ ਜਿਹੜੀ ਸੰਭਾਵਨਾ ਹੈ ਉਹ ਕੀ ਹੋਏਗੀ, ਸਾਡੇ ਕੋਲ 0 ਹੋਏਗੀ। ਦੂਸਰਾ, ਨਿੰਬੂ ਦੀ ਮਹਿਕ ਵਾਲੀਆਂ ਗੋਲੀਆਂ ਹਨ, ਇਹਦੀ ਸੰਭਾਵਨਾ ਦੱਸਣੀ ਹੈ। ਉਹ ਹੈ ਹੀ ਸਾਰੀਆਂ ਨਿੰਬੂ ਦੀ ਮਹਿਕ ਵਾਲੀਆਂ, ਇਸ ਕਰਕੇ ਇੱਥੇ ਸੰਭਾਵਨਾ ਇਹ ਨਿਸ਼ਚਿਤ ਘਟਨਾ ਹੈ, ਸੰਭਾਵਨਾ ਕੀ ਹੋਏਗੀ, 1 ਹੋਏਗੀ। ਸੋ ਇੱਥੋਂ ਅਸੀਂ ਇਸ ਕਨਕਲੂਜਨ ਤੇ ਆਉਂਦੇ ਹਾਂ ਕਿ ਵੱਧ ਤੋਂ ਵੱਧ ਸੰਭਾਵਨਾ 1 ਹੁੰਦੀ ਹੈ, ਤੇ ਜੇਕਰ ਸੰਭਵ ਘਟਨਾ ਹੈ ਤੇ ਫਿਰ ਸੰਭਾਵਨਾ ਕੀ ਹੋਏਗੀ, 0 ਹੋਏਗੀ। ਘੱਟ ਤੋਂ ਘੱਟ ਕਹਿ ਲਓ 0 ਹੈ, ਵੱਧ ਤੋਂ ਵੱਧ 1 ਹੈ। ਸੰਭਾਵਨਾ ਕਦੇ ਵੀ ਮਾਈਨਸ ਵਿੱਚ ਨਹੀਂ ਹੋਏਗੀ, ਕਦੇ ਵੀ ਰਿਣਾਤਮਕ ਨਹੀਂ ਹੋਏਗੀ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। 0 ਤੇ 1 ਦੇ ਬਿਟਵੀਨ ਉਹਦੀਆਂ ਵੈਲਿਊਜ਼ ਆਉਣਗੀਆਂ। 1 ਤੋਂ ਵੱਡਾ ਨਹੀਂ ਹੋਏਗਾ, 0 ਤੋਂ ਛੋਟਾ ਨਹੀਂ ਹੋਏਗਾ। ਜਿਵੇਂ ਕੁਐਸਚਨ ਹੈ, ਅਸੀਂ ਦੱਸਣਾ ਹੈ ਇਹਨਾਂ ਵਿੱਚੋਂ ਕਿਹੜੀ ਸੰਖਿਆ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਦੇਖੋ, ਇਹ 1 ਤੋਂ ਛੋਟਾ ਬਣੇਗਾ, 15/100 ਵੀ 1 ਤੋਂ ਛੋਟਾ ਬਣੇਗਾ, ਇਹ ਵੀ 1 ਤੋਂ ਛੋਟਾ ਹੈ। ਇੱਥੇ ਸਿੱਧਾ ਹੀ ਪਤਾ ਲੱਗ ਰਿਹਾ ਇਹਦੇ ਨਾਲ ਸਾਈਨ ਕਿਹੜਾ ਪਿਆ ਹੋਇਆ, ਮਾਈਨਸ ਦਾ। ਮਾਈਨਸ ਦੇ ਵਿੱਚ ਸੰਭਾਵਨਾ ਜਿਹੜੀ ਹੈ ਨਹੀਂ ਹੋ ਸਕਦੀ, ਇਸ ਕਰਕੇ ਸਾਡੇ ਕੋਲ ਇਹਦੀ ਆਪਸ਼ਨ ਹੈ ਇਹ ਵਾਲੀ ਆ ਜਾਏਗੀ। ਸੋ ਇਹ ਤੁਸੀਂ ਮੇਨਲੀ ਅਸੀਂ ਸੰਭਾਵਨਾ ਬਾਰੇ ਦੇਖਿਆ ਕਿ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ। ਇਸ ਨੂੰ ਅਸੀਂ ਛੋਟੇ ਕੁਐਸਚਨਸ ਹੈ ਜੋ ਉਸ ਦੇ ਵਿੱਚ ਇਹਨੂੰ ਤੁਸੀਂ ਸਮਝਣਾ ਹੈ। ਇਹਦੇ ਵਿੱਚ ਹੀ ਨੈਕਸਟ ਕੁਐਸਚਨ ਮੈਂ ਡਿਸਕਸ ਕਰਾਂਗਾ। ਇੱਕ ਡੱਬੇ ਵਿੱਚ 5 ਲਾਲ ਬੰਟੇ, 8 ਚਿੱਟੇ ਬੰਟੇ ਅਤੇ 4 ਹਰੇ ਬੰਟੇ ਹਨ, ਤੇ ਇੱਕ ਬੰਟਾ ਜਿਹੜਾ ਅਚਾਨਕ ਬਾਹਰ ਕੱਢਿਆ ਜਾਂਦਾ ਹੈ। ਅਸੀਂ ਸੰਭਾਵਨਾ ਦੱਸਣੀ ਹੈ ਕਿ ਕੱਢਿਆ ਗਿਆ ਬੰਟਾ ਲਾਲ ਹੋਵੇ, ਚਿੱਟਾ ਹੋਵੇ, ਹਰਾ ਨਾ ਹੋਵੇ, ਹਰਾ ਨਹੀਂ ਹੈ। ਠੀਕ ਹੈ, ਕੁੱਲ ਕਿੰਨੇ ਹੋ ਗਏ, ਪਹਿਲਾਂ ਅਸੀਂ ਪਲੱਸ ਕਰ ਲਈਏ ਸਾਰਿਆਂ ਨੂੰ। 5 ਤੇ 8 13, 13 ਤੇ 4 ਕਿੰਨੇ ਹੋ ਗਏ, 17 ਹੋ ਗਏ। ਸੋ ਕੁੱਲ ਬੰਟੇ ਕਿੰਨੇ ਬਣ ਗਏ ਸਾਡੇ ਕੋਲ, 17। ਉਹੀ ਫਾਰਮੂਲਾ ਜੋ ਤੁਹਾਨੂੰ ਪਹਿਲਾਂ ਦੱਸਿਆ ਸੀ, ਅਨੁਕੂਲ ਪਰਿਣਾਮ, ਮਤਲਬ ਜੋ ਸਾਨੂੰ ਘਟਨਾ ਨਾਲ ਚਾਹੀਦੇ ਨੇ। ਅਸੀਂ ਲਾਲ ਬਾਰੇ ਦੇਖਣਾ ਹੈ, ਇਹ ਅਨੁਕੂਲ ਹੋ ਜਾਣੇ ਆ, ਤੇ ਟੋਟਲ ਕਿੰਨੇ ਬਣਨੇ ਆ ਜਿਹੜਾ ਅਸੀਂ ਉਹਨਾਂ ਨੂੰ ਪਲੱਸ ਕੀਤਾ ਸੀ। ਕੁੱਲ ਪਰਿਣਾਮ ਕਿੰਨੇ ਹੋ ਗਏ ਸਾਡੇ ਕੋਲ, 17 ਹੋ ਗਏ। ਸੋ ਲਾਲ ਬੰਟੇ ਦੀ ਸੰਭਾਵਨਾ ਅਸੀਂ ਫਾਈਂਡ ਆਊਟ ਕਰਨੀ ਹੈ। ਲਾਲ ਕਿੰਨੇ ਨੇ ਸਾਡੇ ਕੋਲ, 5 ਨੇ, ਤੇ ਟੋਟਲ ਕਿੰਨੇ ਆ ਸਾਡੇ ਕੋਲ, 17 ਨੇ। ਇਸ ਕਰਕੇ ਸੰਭਾਵਨਾ ਕਿੰਨੀ ਹੋ ਗਈ ਸਾਡੇ ਕੋਲ, 5/17। ਦੂਸਰਾ ਕੁਐਸਚਨ ਹੈ, ਬੰਟਾ ਚਿੱਟੇ ਰੰਗ ਦਾ ਹੋਵੇ। ਚਿੱਟੇ ਕਿੰਨੇ ਸੀ, ਅਨੁਕੂਲ ਪਰਿਣਾਮ, ਚਿੱਟੇ ਕਿੰਨੇ ਹੋ ਗਏ ਸਾਡੇ ਕੋਲ, 8, ਤੇ ਟੋਟਲ ਕਿੰਨੇ ਆ ਸਾਡੇ ਕੋਲ, 17। ਸੰਭਾਵਨਾ ਕਿੰਨੀ ਬਣ ਗਈ ਫਿਰ ਸਾਡੇ ਕੋਲ, 8/17 ਬਣ ਗਈ। ਹੁਣ ਇੱਕ ਜਿਹੜਾ ਤੀਸਰਾ ਕੇਸ ਹੈ, ਹਰਾ ਨਹੀਂ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਦੇਖੋ, ਇਸ ਕੁਐਸਚਨ ਨੂੰ ਅਸੀਂ 2 ਤਰੀਕਿਆਂ ਨਾਲ ਅਟੈਂਪਟ ਕਰ ਸਕਦੇ ਹਾਂ 10 ਤੱਕ, ਮਤਲਬ ਈਜ਼ੀਲੀ। ਜੇ ਤੁਸੀਂ ਇਹਨੂੰ ਦੇਖੋ ਤਾਂ ਹਰਾ ਬੰਟਾ, ਪਹਿਲਾਂ ਅਸੀਂ ਹਰਾ ਨਹੀਂ ਹੈ ਲੱਭਣਾ, ਉਹਦੇ ਚੋਂ ਪਹਿਲਾਂ ਆਪਾਂ ਇਹ ਲੱਭ ਲਈਏ, ਪਹਿਲਾਂ ਹਰਾ ਬੰਟਾ ਹੋਣ ਦੀ ਸੰਭਾਵਨਾ ਲੱਭ ਲਈਏ। ਹਰੇ ਕਿੰਨੇ ਸੀ ਸਾਡੇ ਕੋਲ, ਤੁਸੀਂ ਕੁਐਸਚਨ ਦੇ ਵੀ ਦੇਖਿਆ, ਹਰੇ ਬੰਟੇ ਕਿੰਨੇ ਸੀ ਸਾਡੇ ਕੋਲ, 4 ਸੀਗੇ। ਹਰੇ ਬੰਟੇ ਸਾਡੇ ਕੋਲ 4 ਨੇ। ਪਹਿਲਾਂ ਅਸੀਂ ਹਰਾ ਬੰਟਾ ਹੋਣ ਦੀ ਸੰਭਾਵਨਾ ਲੱਭ ਲਈ, ਕਿੰਨਾ ਆ ਗਿਆ, 4 ਟੋਟਲ ਕਿੰਨੇ ਆ, 17। ਫਿਰ ਜਦੋਂ ਨਾ ਹੋਣ ਦੀ ਸੰਭਾਵਨਾ ਲੱਭੀ ਦੀ ਆ, ਤੇ ਫਿਰ ਉਹਨੂੰ 1 ਦੇ ਵਿੱਚੋਂ ਮਾਈਨਸ ਕਰ ਦੇਈਦਾ। 1 ਦੇ ਵਿੱਚੋਂ ਹੋਣ ਦੀ ਸੰਭਾਵਨਾ ਘਟਾ ਦਿਓ ਤੇ ਉਹ ਨਾ ਹੋਣ ਦੀ ਵੱਜੇਗੀ। 1 ਮਾਈਨਸ ਹੋਣ ਦੀ ਸੰਭਾਵਨਾ ਕਿੰਨੀ ਹੈ, 4/17। ਇਹਨੂੰ ਅਸੀਂ ਐਲਸੀਐਮ ਲਿਆ, ਸੋਲਵ ਕੀਤਾ, ਤੇ ਸਾਡੇ ਕੋਲ ਕਿੰਨਾ ਆ ਗਿਆ, 13/17। ਦੂਸਰਾ ਤਰੀਕਾ ਇਹਦਾ ਇਹ ਆ, ਹਰਾ ਨਹੀਂ ਹੈ, ਇਸ ਦਾ ਮਤਲਬ ਉਹ ਜਿਹੜੇ ਬਾਕੀ 2 ਰੰਗ ਸੀ, ਲਾਲ ਜਾਂ ਚਿੱਟਾ, ਉਹ ਹੋਏਗਾ। ਅਸੀਂ ਉਹਨਾਂ ਦੀ ਸੰਭਾਵਨਾ ਲੱਭ ਲਈਏ। ਲਾਲ ਤੇ ਚਿੱਟੇ ਬੰਟੇ ਸਾਡੇ ਕੋਲ ਕਿੰਨੇ ਨੇ, 5 ਤੇ 8 ਕਿੰਨੇ ਹੋ ਗਏ, 13 ਹੋ ਗਏ। ਇਸ ਕਰਕੇ ਹਰਾ ਨਹੀਂ ਹੋਣ ਦੀ ਸੰਭਾਵਨਾ ਕੀ ਹੋ ਜਾਏਗੀ, ਸਿੱਧਾ ਅਸੀਂ ਕੀ ਲਿਖ ਸਕਦੇ ਹਾਂ, 13/17 ਲਿਖ ਸਕਦੇ ਹਾਂ। ਪਰ ਤੁਸੀਂ ਇੱਥੋਂ ਇੱਕ ਫਾਰਮੂਲਾ ਜ਼ਰੂਰ ਧਿਆਨ 'ਚ ਲੈ ਕੇ ਆਉਣਾ ਹੈ। ਹੁਣ ਇਹਨੂੰ ਅਸੀਂ ਕਰ ਇੱਦਾਂ ਵੀ ਸਕਦੇ ਹਾਂ। ਫਾਰਮੂਲਾ ਕੀ ਹੈ ਕਿ ਕਿਸੇ ਇਵੈਂਟ ਦੇ, ਕਿਸੇ ਘਟਨਾ ਦੇ ਨਾ ਹੋਣ ਦੀ ਸੰਭਾਵਨਾ ਕੀ ਹੁੰਦੀ ਆ, ਉਹਨੂੰ 1 ਦੇ ਵਿੱਚੋਂ ਮਾਈਨਸ ਕਰ ਦੇਈਦਾ। ਇੱਥੇ ਮੈਂ ਇਹ ਸਾਈਨ ਪਾਇਆ ਹੋਇਆ, ਮਤਲਬ ਇਹ ਪੂਰਕ ਘਟਨਾ ਹੈ, ਇਹ ਨਾ ਹੋਣ ਦੀ ਸੰਭਾਵਨਾ ਹੈ। ਇਹਨੂੰ ਕੀ ਕਰਨਾ, ਅਸੀਂ ਉਹਦੇ ਹੋਣ ਦੀ 1 ਦੇ ਵਿੱਚੋਂ ਹੋਣ ਦੀ ਸੰਭਾਵਨਾ ਨੂੰ ਮਾਈਨਸ ਕਰ ਦੇਣਾ। ਸੋ ਇਹ ਪਹਿਲਾ ਲੈਕਚਰ ਸੰਭਾਵਨਾ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਅਸੀਂ ਕੋਇਨ ਵਾਲੇ ਕੁਐਸਚਨ, ਪਾਸੇ ਵਾਲੇ ਕੁਐਸਚਨ ਜਿਹੜੇ ਆ ਤੁਹਾਡੇ ਨਾਲ ਡਿਸਕਸ ਕੀਤੇ ਆ। ਜਿਹੜਾ ਸਾਡਾ ਨੈਕਸਟ ਲੈਕਚਰ ਹੋਏਗਾ ਉਸ ਦੇ ਵਿੱਚ ਅਸੀਂ ਤਾਸ਼ ਵਾਲੇ ਕੁਐਸਚਨ ਜਿਹੜੇ ਆ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਆਸ ਕਰਦਾ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ। ਥੈਂਕ ਯੂ ਵੈਰੀ ਮੱਚ।